ਲਾਲ ਲਕੀਰ ਦੇ ਅੰਦਰ ਦੀ ਜਾਇਦਾਦ ਦੀ ਰਜਿਸਟਰੀ ਕਿਵੇਂ ਹੋ ਸਕਦੀ ਹੈ, ਇਸ ਜਾਣਕਾਰੀ ਨੂੰ ਸਮਝਣ ਲਈ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖੋ। ਜੇਕਰ ਤੁਸੀਂ ਇਸ ਵੀਡੀਓ ਨੂੰ ਭਜਾ ਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਵੇਗਾ। ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਕਿਸ ਤਰ੍ਹਾਂ ਲੱਗੀ, ਇਸ ਸੰਬੰਧੀ ਲਾਈਕ ਜਾਂ ਡਿਸਲਾਈਕ ਅਤੇ ਕਮੈਂਟ ਜ਼ਰੂਰ ਕਰੋ। ਸੋ ਦੇਖੋ ਸਾਡਾ YouTube ਚੈਨਲ ਨੌਲੇਜ ਸਰਵਿਸਿਜ਼ ਅਤੇ ਹੇਠਾਂ ਦਿੱਤੇ ਹੋਏ ਲਾਲ ਬਟਨ ਨੂੰ ਦਬਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਨੀਚੇ ਦਿੱਤੇ ਬੈਲ ਆਈਕਨ ਨੂੰ ਕਲਿੱਕ ਕਰੋ ਤਾਂ ਜੋ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਮਿਲਦੀਆਂ ਰਹਿਣ। ਦੋਸਤੋ ਅੱਜ ਗੱਲ ਕਰਾਂਗੇ ਲਾਲ ਲਕੀਰ ਵਾਲੀ ਜਾਇਦਾਦ ਦੀ ਰਜਿਸਟਰੀ ਕਿਵੇਂ ਹੁੰਦੀ ਹੈ। ਲਾਲ ਲਕੀਰ ਦੇ ਅੰਦਰ ਦੀ ਜਾਇਦਾਦ ਕਿਹੜੀ ਹੁੰਦੀ ਹੈ, ਇਸ ਬਾਰੇ ਅਸੀਂ ਆਪਣੀ ਪਿਛਲੀ ਵੀਡੀਓ ਵਿੱਚ ਵਿਸਥਾਰ ਵਿੱਚ ਗੱਲ ਕਰ ਚੁੱਕੇ ਹਾਂ। ਮੋٹے ਤੌਰ ਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਰਕਾਰ ਵੱਲੋਂ ਡਿਮਾਰਕੇਸ਼ਨ ਹੱਦ-ਬਸਤਬੰਦੀ ਕਰਨ ਸਮੇਂ ਜਿਸ ਆਬਾਦੀ ਵਾਲੀ ਜ਼ਮੀਨ ਨੂੰ ਬਿਨਾਂ ਡਿਮਾਰਕੇਸ਼ਨ ਦੇ ਛੱਡ ਦਿੱਤਾ ਗਿਆ ਉਸ ਨੂੰ ਲਾਲ ਲਕੀਰ ਦੇ ਅੰਦਰ ਦੀ ਜਾਇਦਾਦ ਕਿਹਾ ਜਾਂਦਾ ਹੈ। ਇਸ ਜਾਇਦਾਦ ਦੀ ਕੋਈ ਫਰਦ ਜਮ੍ਹਾਂਬੰਦੀ ਜਾਂ ਖਸਰਾ ਨੰਬਰ ਨਹੀਂ ਹੁੰਦੇ। ਇਹਨਾਂ ਜਾਇਦਾਦਾਂ ਦੀ ਰਜਿਸਟਰੀ ਜਗ੍ਹਾ ਦੀਆਂ ਚਾਰੇ ਤਰਫਾਂ ਲੰਬਾਈ ਚੜਾਈ ਅਤੇ ਦਿਸ਼ਾਵਾਂ ਮੁਤਾਬਕ ਨਾਲ ਲੱਗਦੇ ਪੜੋਸੀਆਂ ਦੇ ਨਾਮ ਦਰਜ ਕਰਕੇ ਨਕਸ਼ਾ ਨੱਥੀ ਕਰਕੇ ਅਤੇ ਸਹੀ ਲੋਕੇਸ਼ਨ ਦਰਸਾ ਕੇ ਤਸਦੀਕ ਕਰਵਾਈ ਜਾਂਦੀ ਹੈ। ਬਹੁਤ ਸਾਰੇ ਲੋਕਾਂ ਕੋਲ ਆਪਣੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਖਰੀਦ ਕੀਤੀ ਲਾਲ ਲਕੀਰ ਦੇ ਅੰਦਰ ਦੀ ਜਾਇਦਾਦ ਦੀਆਂ ਰਜਿਸਟਰੀਆਂ ਮੌਜੂਦ ਹਨ, ਪਰੰਤੂ ਅੱਜ ਕੱਲ੍ਹ ਪੂਰੇ ਪੰਜਾਬ ਅੰਦਰ ਲਾਲ ਲਕੀਰ ਦੀਆਂ ਜਾਇਦਾਦਾਂ ਜਿਨ੍ਹਾਂ ਦੀ ਕੋਈ ਪੁਰਾਣੀ ਰਜਿਸਟਰੀ ਨਹੀਂ ਹੁੰਦੀ ਨੂੰ ਵੇਚਣ ਖਰੀਦਣ ਸੰਬੰਧੀ ਲੋਕਾਂ ਨੂੰ ਕਾਫੀ ਮੁਸ਼ਕਲ ਆ ਰਹੀ ਹੈ, ਕਿਉਂਕਿ ਅੱਜ ਕੱਲ੍ਹ ਰਜਿਸਟਰਾਰ ਸਬ ਰਜਿਸਟਰਾਰ ਪੁਰਾਣੀ ਰਜਿਸਟਰੀ ਦੇ ਬਿਨਾਂ ਲਾਲ ਲਕੀਰ ਦੇ ਅੰਦਰ ਦੀ ਜਾਇਦਾਦ ਦੀ ਰਜਿਸਟਰੀ ਤਸਦੀਕ ਕਰਨ ਤੋਂ ਇਨਕਾਰ ਕਰ ਦਿੰਦੇ ਹਨ। ਅਜਿਹਾ ਧੋਖਾਧੜੀ ਵਾਲੇ ਲੈਣ ਦੇਣ ਨੂੰ ਰੋਕਣ ਲਈ ਕੀਤਾ ਜਾਂਦਾ ਹੈ। ਇਹਨਾਂ ਅਫਸਰਾਂ ਦਾ ਮੰਨਣਾ ਹੈ ਕਿ ਧੋਖਾਧੜੀ ਵਾਲੇ ਲੈਣ ਦੇਣ ਕਾਰਨ ਮੁਕੱਦਮੇਬਾਜ਼ੀ ਵੱਧਦੀ ਹੈ ਅਤੇ ਬੇਕਸੂਰ ਲੋਕਾਂ ਨੂੰ ਬੇਲੋੜੇ ਕਸ਼ਟ ਦਾ ਸਾਹਮਣਾ ਕਰਨਾ ਪੈਂਦਾ। ਇੱਕ ਨਜ਼ਰ ਨਾਲ ਅਜਿਹਾ ਠੀਕ ਵੀ ਹੈ, ਪਰੰਤੂ ਸਾਡੇ ਦੇਸ਼ ਦਾ ਕਾਨੂੰਨ ਇਹ ਕਹਿੰਦਾ ਹੈ ਕਿ ਭਾਵੇਂ 10 ਗੁਨਾਹਗਾਰ ਬਚ ਜਾਣ ਪਰ ਇੱਕ ਵੀ ਬੇਗੁਨਾਹ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਇਸ ਹਿਸਾਬ ਨਾਲ ਇੱਕਾ ਦੁੱਕਾ ਧੋਖਾਧੜੀ ਵਾਲੇ ਲੈਣ ਦੇਣ ਦੀ ਸੰਭਾਵਨਾ ਨੂੰ ਰੋਕਣ ਲਈ ਇਹ ਅਧਿਕਾਰੀ ਲੱਖਾਂ ਬੇਕਸੂਰ ਲੋਕਾਂ ਨੂੰ ਆਪਣੀ ਜਾਇਦਾਦ ਦੀ ਤਬਦੀਲੀ, ਵਿਕਰੀ, ਖਰੀਦੋ ਫਰੋਖਤ ਆਦਿ ਕਰਨ ਤੋਂ ਵਾਂਝੇ ਕਰ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਗੈਰ ਰਸਮੀ ਢੰਗ ਨਾਲ ਅਨਰਜਿਸਟਰਡ ਦਸਤਾਵੇਜ਼, ਇਕਰਾਰਨਾਮੇ ਆਦਿ ਲਿਖ ਕੇ ਇਹਨਾਂ ਜਾਇਦਾਦਾਂ ਦੀ ਖਰੀਦੋ ਫਰੋਖਤ ਕਰਨੀ ਪੈਂਦੀ ਹੈ, ਜੋ ਸਰਾਸਰ ਗਲਤ ਹੈ। ਟਰਾਂਸਫਰ ਐਂਡ ਪ੍ਰਾਪਰਟੀ ਐਕਟ ਅਨੁਸਾਰ ਇਹਨਾਂ ਅਨਰਜਿਸਟਰਡ ਕਾਗਜ਼ਾਤਾਂ ਦੀ ਕੋਈ ਵੈਧਤਾ ਨਹੀਂ ਹੁੰਦੀ ਹੈ। ਰਜਿਸਟ੍ਰੇਸ਼ਨ ਐਕਟ 1908 ਦੀ ਧਾਰਾ 17 ਅਨੁਸਾਰ ਹਰੇਕ 100 ਰੁਪਏ ਤੋਂ ਵੱਧ ਮੁੱਲ ਦੀ ਅਚੱਲ ਜਾਇਦਾਦ ਦੀ ਖਰੀਦੋ ਫਰੋਖਤ ਦੀ ਰਜਿਸਟ੍ਰੇਸ਼ਨ ਹੋਣਾ ਲਾਜ਼ਮੀ ਹੈ। ਇਸ ਲਈ ਅਨਰਜਿਸਟਰਡ ਇਕਰਾਰਨਾਮਾ ਅਚੱਲ ਜਾਇਦਾਦ ਦੀ ਖਰੀਦੋ ਫਰੋਖਤ ਲਈ ਮੰਨਣਯੋਗ ਨਹੀਂ ਹੁੰਦਾ ਅਤੇ ਬਾਅਦ ਵਿੱਚ ਅਜਿਹੇ ਵਿਵਹਾਰ ਵੀ ਮੁਕੱਦਮੇਬਾਜ਼ੀ ਨੂੰ ਜਨਮ ਦਿੰਦੇ ਹਨ। ਅਚੱਲ ਜਾਇਦਾਦ ਸੰਬੰਧੀ ਅਨਰਜਿਸਟਰਡ ਦਸਤਾਵੇਜ਼ ਦਾ ਰਿਕਾਰਡ ਕਿਸੇ ਸਰਕਾਰੀ ਦਫ਼ਤਰ ਵਿੱਚ ਨਹੀਂ ਹੁੰਦਾ ਤੇ ਨਾਲ ਹੀ ਇਸ ਤਰ੍ਹਾਂ ਕੀਤੀ ਗਈ ਪੈਸਿਆਂ ਦੀ ਟ੍ਰਾਂਜੈਕਸ਼ਨ ਵੀ ਸਰਕਾਰ ਦੀਆਂ ਨਜ਼ਰਾਂ ਵਿੱਚ ਨਹੀਂ ਆਉਂਦੀ ਅਤੇ ਨਾਲ ਹੀ ਸਰਕਾਰ ਦਾ ਸਟਾਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸ ਦਾ ਵੀ ਕਾਫੀ ਨੁਕਸਾਨ ਹੁੰਦਾ ਹੈ। ਮਾਣਯੋਗ ਸੁਪਰੀਮ ਕੋਰਟ ਵੱਲੋਂ ਸੂਰਜ ਲੈਂਪ ਐਂਡ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਵਰਸਸ ਸਟੇਟ ਆਫ ਹਰਿਆਣਾ ਐਂਡ ਅਨਦਰਜ AIR 2012 SC 206 ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਇਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਪਰੰਤੂ ਕਈ ਸਬ ਰਜਿਸਟਰਾਰਾਂ ਵੱਲੋਂ ਆਪਣੀਆਂ ਮਨਮਰਜ਼ੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਦਸਤਾਵੇਜ਼ ਰਜਿਸਟਰਡ ਕਰਨ ਲਈ ਆਪਣੇ ਹੀ ਕਾਨੂੰਨ ਅਤੇ ਆਪਣੀਆਂ ਹੀ ਹਦਾਇਤਾਂ ਜਾਰੀ ਕਰਕੇ ਲੋਕਾਂ ਨੂੰ ਅਨਰਜਿਸਟਰਡ ਦਸਤਾਵੇਜ਼ਾਂ ਰਾਹੀਂ ਜਾਇਦਾਦ ਦੀ ਖਰੀਦੋ ਫਰੋਖਤ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅਜਿਹਾ ਹੋਣ ਨਾਲ ਜਿੱਥੇ ਮੁਕੱਦਮੇਬਾਜ਼ੀ ਵੱਧਦੀ ਹੈ ਉੱਥੇ ਹੀ ਜਾਇਦਾਦ ਮਾਲਕਾਂ ਨੂੰ ਉਹਨਾਂ ਦੀ ਪ੍ਰਾਪਰਟੀ ਦੇ ਕਾਗਜ਼ਾਤ ਅਨਰਜਿਸਟਰਡ ਹੋਣ ਕਾਰਨ ਕਈ ਸਹੂਲਤਾਂ ਤੋਂ ਵਾਂਝੇ ਹੋਣਾ ਪੈਂਦਾ ਹੈ। ਕੋਈ ਵੀ ਰਜਿਸਟਰਾਰ, ਸਬ ਰਜਿਸਟਰਾਰ ਰਜਿਸਟ੍ਰੇਸ਼ਨ ਐਕਟ 1908 ਦੀ ਧਾਰਾ 21, 23, 28, 32, 34 ਅਤੇ 35 ਵਿੱਚ ਦਰਜ ਨਿਯਮਾਂ ਦੀ ਜਾਂਚ ਕਰ ਸਕਦਾ ਹੈ। ਪੂਰੇ ਰਜਿਸਟ੍ਰੇਸ਼ਨ ਐਕਟ ਵਿੱਚ ਕਿਸੇ ਵੀ ਰਜਿਸਟਰਾਰ ਨੂੰ ਤੁਹਾਡੇ ਵੱਲੋਂ ਤਬਦੀਲ ਕੀਤੀ ਜਾ ਰਹੀ ਜਾਇਦਾਦ ਦੀ ਮਾਲਕੀ ਜਾਂਚਣ ਦਾ ਕੋਈ ਅਧਿਕਾਰ ਨਹੀਂ ਦਿੱਤਾ ਗਿਆ ਹੈ। ਇਸ ਸੰਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅਤੇ ਵੱਖ-ਵੱਖ ਮਾਣਯੋਗ ਅਦਾਲਤਾਂ ਵੱਲੋਂ ਜੱਜਮੈਂਟਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਹਰੀ ਸਿੰਘ ਐਂਡ ਅਨਦਰਜ ਵਰਸਸ ਸਬ ਰਜਿਸਟਰਾਰ ਐਂਡ ਅਦਰਜ ਦੇ ਮੁਕੱਦਮੇ ਵਿੱਚ ਦਿੱਤੀ ਗਈ ਮਹੱਤਵਪੂਰਨ ਜੱਜਮੈਂਟ ਤੁਹਾਨੂੰ ਦਿਖਾ ਰਿਹਾ ਹਾਂ। ਇਸ ਜੱਜਮੈਂਟ ਦੇ ਲੜੀ ਨੰਬਰ 9 ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ The Registration Act itself is a complete code. All regions have been specifically enumerated under section 21, 23, 28, 32 and 35 of the Act, for which a sub-registrar or the registrar may refuse to register the sale deed and other documents required to be registered under the Act.
The Act now here provides that the sub-registrar can refuse to register the lease deed, sale deed pertaining to a property the ownership of which is in question. It does not fall within the domain of the registrar or sub-registrar to ask the executant of the deed of establish his or her ownership in respect of the property which is subject matter of the deed of conveyance. The legislature in its wisdom has not thought it proper to make such a provision in the act authorizing the registrar sub-registrar to make a prove into the ownership of the property sought to be transferred in any manner. ਇਸ ਤੋਂ ਭਾਵ ਹੈ ਕਿ ਰਜਿਸਟ੍ਰੇਸ਼ਨ ਐਕਟ ਆਪਣੇ ਆਪ ਵਿੱਚ ਇੱਕ ਕੰਪਲੀਟ ਕੋਡ ਯਾਨੀ ਕਿ ਕਾਨੂੰਨ ਹੈ। ਐਕਟ ਵਿੱਚ ਵਿਸ਼ੇਸ਼ ਤੌਰ ਤੇ 21, 23, 28, 32 ਅਤੇ 35 ਵਿੱਚ ਉਹ ਸਾਰੇ ਕਾਰਨ ਦੱਸੇ ਗਏ ਹਨ ਜਿਨ੍ਹਾਂ ਤਹਿਤ ਇੱਕ ਸਬ ਰਜਿਸਟਰਾਰ ਜਾਂ ਰਜਿਸਟਰਾਰ ਐਕਟ ਅਧੀਨ ਰਜਿਸਟਰਡ ਹੋਣ ਲਈ ਲੋੜੀਂਦੀ ਸੇਲ ਡੀਡ ਅਤੇ ਹੋਰ ਦਸਤਾਵੇਜ਼ਾਂ ਨੂੰ ਰਜਿਸਟਰਡ ਕਰਨ ਤੋਂ ਇਨਕਾਰ ਕਰ ਸਕਦਾ ਹੈ। ਇਹ ਐਕਟ ਕਿਤੇ ਵੀ ਨਹੀਂ ਕਹਿੰਦਾ ਕਿ ਕੋਈ ਰਜਿਸਟਰਾਰ ਸਬ ਰਜਿਸਟਰਾਰ ਕਿਸੇ ਜਾਇਦਾਦ ਦੀ ਲੀਜ਼ ਡੀਡ ਸੇਲ ਡੀਡ ਨੂੰ ਰਜਿਸਟਰਡ ਕਰਨ ਤੋਂ ਇਨਕਾਰ ਕਰ ਸਕਦਾ ਹੈ ਜਿਸ ਦੀ ਮਾਲਕੀ ਸਵਾਲ ਅਧੀਨ ਹੈ। ਇਹ ਰਜਿਸਟਰਾਰ ਜਾਂ ਸਬ ਰਜਿਸਟਰਾਰ ਦੇ ਡੋਮੇਨ ਵਿੱਚ ਨਹੀਂ ਆਉਂਦਾ ਹੈ ਕਿ ਉਹ ਕਿਸੇ ਦਸਤਾਵੇਜ਼ ਦੇ ਕਾਰਜ ਸਾਧਕਾਂ ਨੂੰ ਉਸ ਜਾਇਦਾਦ ਜੋ ਦਸਤਾਵੇਜ਼ ਦਾ ਵਿਸ਼ਾ ਵਸਤੂ ਹੈ ਦੇ ਸੰਬੰਧ ਵਿੱਚ ਉਹਨਾਂ ਦੀ ਮਾਲਕੀ ਸਥਾਪਿਤ ਕਰਨ ਲਈ ਕਹੇ। ਵਿਧਾਨਕਾਰਾਂ ਨੇ ਆਪਣੀ ਸੂਝ ਅਨੁਸਾਰ ਕਿਸੇ ਵੀ ਤਰੀਕੇ ਨਾਲ ਤਬਦੀਲ ਕੀਤੀ ਜਾ ਰਹੀ ਜਾਇਦਾਦ ਦੀ ਮਾਲਕੀ ਦੀ ਜਾਂਚ ਕਰਨ ਲਈ ਰਜਿਸਟਰਾਰ ਸਬ ਰਜਿਸਟਰਾਰ ਨੂੰ ਅਧਿਕਾਰਤ ਕਰਨ ਵਾਲੇ ਨਿਯਮਾਂ ਨੂੰ ਬਣਾਉਣਾ ਉਚਿਤ ਨਹੀਂ ਸਮਝਿਆ ਹੈ। ਹੁਣ ਇੱਥੇ ਦਿੱਤੀਆਂ ਰਜਿਸਟ੍ਰੇਸ਼ਨ ਐਕਟ 1908 ਦੀਆਂ ਧਾਰਾਵਾਂ 21, 23, 28, 32, 35 ਵੱਲ ਮੋਟੀ ਝਾਤ ਮਾਰ ਲਈਏ। ਧਾਰਾ 21 ਇਹ ਧਾਰਾ ਤਬਦੀਲ ਕੀਤੀ ਜਾਣ ਵਾਲੀ ਜਾਇਦਾਦ ਦੇ ਮੁਕੰਮਲ ਵੇਰਵੇ ਜਿਵੇਂ ਕਿ ਉਸ ਦੀਆਂ ਦਿਸ਼ਾਵਾਂ, ਲੋਕੇਸ਼ਨ, ਨੰਬਰ ਜੇ ਕੋਈ ਹੋਵੇ, ਨਕਸ਼ਾ ਆਦਿ ਦੀ ਮੰਗ ਕਰਦੀ ਹੈ ਜਿਸ ਨਾਲ ਉਸ ਜਾਇਦਾਦ ਦੀ ਪਛਾਣ ਹੋ ਸਕਦੀ ਹੋਵੇ। ਧਾਰਾ 23 ਇਹ ਧਾਰਾ ਦਸਤਾਵੇਜ਼ ਨੂੰ ਪੇਸ਼ ਕਰਨ ਸੰਬੰਧੀ ਸਮਾਂ ਸੀਮਾ ਤੈਅ ਕਰਦੀ ਹੈ। ਧਾਰਾ 28 ਇਹ ਧਾਰਾ ਜ਼ਮੀਨ ਸੰਬੰਧੀ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਕਰਨ ਦਾ ਸਥਾਨ ਤੈਅ ਕਰਦੀ ਹੈ ਕਿ ਕਿਹੜੀ ਜਾਇਦਾਦ ਕਿਹੜੇ ਰਜਿਸਟਰਾਰ ਸਬ ਰਜਿਸਟਰਾਰ ਦਫ਼ਤਰ ਦੇ ਅਧਿਕਾਰ ਖੇਤਰ ਵਿੱਚ ਆਵੇਗੀ। ਧਾਰਾ 32 ਇਹ ਧਾਰਾ ਦੱਸਦੀ ਹੈ ਕਿ ਕਿਸੇ ਜਾਇਦਾਦ ਦੀ ਤਬਦੀਲੀ ਸੰਬੰਧੀ ਦਸਤਾਵੇਜ਼ ਕਿਸ ਵਿਅਕਤੀ ਵੱਲੋਂ ਪੇਸ਼ ਕੀਤਾ ਜਾ ਸਕਦਾ ਹੈ ਜਿਵੇਂ ਕਿ ਦਸਤਾਵੇਜ਼ ਨੂੰ ਨਿਸ਼ਪਾਦਤ ਜਾਂ ਉਸ ਦੇ ਅਧੀਨ ਦਾਅਵਾ ਕਰਨ ਵਾਲਾ ਵਿਅਕਤੀ, ਉਸ ਦਾ ਪ੍ਰਤੀਨਿਧੀ ਜਾਂ ਉਸ ਦਾ ਕਾਨੂੰਨੀ ਤੌਰ ਤੇ ਮੁਖਤਿਆਰ ਆਮ ਜਾਂ ਮੁਖਤਿਆਰ ਖਾਸ ਦਸਤਾਵੇਜ਼ ਰਜਿਸਟ੍ਰੇਸ਼ਨ ਦੇ ਲਈ ਪੇਸ਼ ਕਰ ਸਕਦਾ ਹੈ। ਧਾਰਾ 35 ਇਹ ਧਾਰਾ ਵਿੱਚ ਦਸਤਾਵੇਜ਼ ਰਜਿਸਟਰਡ ਕਰਵਾਉਣ ਲਈ ਰਜਿਸਟਰਾਰ ਸਬ ਰਜਿਸਟਰਾਰ ਸਾਹਮਣੇ ਪੇਸ਼ ਹੋਏ ਵਿਅਕਤੀਆਂ ਦੀ ਪ੍ਰੀਖਿਆ ਕਰਨ ਦੇ ਅਧਿਕਾਰ ਰਜਿਸਟਰਾਰ ਸਬ ਰਜਿਸਟਰਾਰ ਨੂੰ ਦਿੱਤੇ ਗਏ ਹਨ ਜਿਸ ਤਹਿਤ ਰਜਿਸਟਰਾਰ ਸਬ ਰਜਿਸਟਰਾਰ ਵਸੀਕੇ ਸੰਬੰਧੀ ਪੇਸ਼ ਹੋਏ ਵਿਅਕਤੀਆਂ ਦੀ ਜਾਂਚ ਕਰ ਸਕਦਾ ਹੈ ਕਿ ਕੀ ਇਹ ਉਹੀ ਵਿਅਕਤੀ ਹਨ ਜੋ ਵਸੀਕੇ ਵਿੱਚ ਦਰਜ ਹਨ ਅਤੇ ਕੀ ਇਹ ਵਿਅਕਤੀ ਜਾਂ ਧਿਰਾਂ ਇਸ ਦਸਤਾਵੇਜ਼ ਦੀ ਲਿਖਤ ਨੂੰ ਸਵੀਕਾਰ ਕਰਦੇ ਹਨ। ਕਈ ਰਜਿਸਟਰਾਰ ਸਬ ਰਜਿਸਟਰਾਰ ਰਜਿਸਟ੍ਰੇਸ਼ਨ ਐਕਟ ਦੇ ਉਪਰੋਕਤ ਪਾਬੰਦਾਂ ਤੋਂ ਬਚਣ ਲਈ ਪੰਜਾਬ ਰਜਿਸਟ੍ਰੇਸ਼ਨ ਮੈਨੂਅਲ 1929 ਦੇ ਪੈਰਾ ਨੰਬਰ 135 ਦਾ ਸਹਾਰਾ ਲੈਂਦੇ ਹਨ। ਪੈਰਾ ਨੰਬਰ 135 ਜਿਸ ਦੀ ਪੰਜਾਬ ਸਰਕਾਰ ਡਿਪਾਰਟਮੈਂਟ ਆਫ ਰੈਵਨਿਊ ਐਂਡ ਰਿਹੈਬਿਲਿਟੇਸ਼ਨ ਵੱਲੋਂ ਨੋਟੀਫਿਕੇਸ਼ਨ ਡੇਟਡ 19/9/2001 ਰਾਹੀਂ ਅਮੈਂਡਮੈਂਟ ਕਰ ਦਿੱਤੀ ਗਈ। ਪੈਰਾ ਨੰਬਰ 135 ਇਸ ਪ੍ਰਕਾਰ ਹੈ। ਰਜਿਸਟਰਿੰਗ ਆਫਿਸਰਜ਼ ਨਾਟ ਕੰਸਰਨਡ ਵਿਦ ਵੈਲਿਡਿਟੀ ਆਫ ਡਾਕੂਮੈਂਟਸ। The registering officers should bear in mind that fraudulent transactions lead to litigation and unnecessary harassment to innocent citizens. Therefore, as public servants, they are required to see that fraudulent transactions are not got registered by persons who are not authorized to do so under the law, though these matters shall still remain subject to the final decision of the civil court. The registering officer shall satisfy himself that in case of sale or other form of alienation, a piece of evidence has been attached to the deed to be registered to show that the alienator has title to the property in question. ਇਸ ਤੋਂ ਭਾਵ ਹੈ ਪੰਜੀਕਰਨ ਅਫਸਰਾਂ ਦਾ ਦਸਤਾਵੇਜ਼ਾਂ ਦੀ ਵੈਧਤਾ ਨਾਲ ਸੰਬੰਧ ਨਹੀਂ। ਪੰਜੀਕਰਨ ਅਫਸਰਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਧੋਖਾਧੜੀ ਵਾਲੇ ਲੈਣ ਦੇਣ ਮੁਕੱਦਮੇਬਾਜ਼ੀ ਨੂੰ ਵਧਾਉਂਦੇ ਹਨ ਅਤੇ ਨਿਰਦੋਸ਼ ਨਾਗਰਿਕਾਂ ਨੂੰ ਬੇਲੋੜੇ ਕਸ਼ਟ ਵੱਲ ਲੈ ਜਾਂਦੇ ਹਨ। ਇਸ ਲਈ ਲੋਕ ਸੇਵਕਾਂ ਦੇ ਰੂਪ ਵਿੱਚ ਉਹਨਾਂ ਨੂੰ ਇਹ ਦੇਖਣ ਦੀ ਜ਼ਰੂਰਤ ਹੁੰਦੀ ਹੈ ਕਿ ਧੋਖਾਧੜੀ ਵਾਲੇ ਲੈਣ ਦੇਣ ਨੂੰ ਉਹਨਾਂ ਵਿਅਕਤੀਆਂ ਵੱਲੋਂ ਰਜਿਸਟਰਡ ਕਰਵਾਇਆ ਜਾ ਸਕਦਾ ਹੈ ਜੋ ਅਜਿਹਾ ਕਰਨ ਲਈ ਕਾਨੂੰਨੀ ਤੌਰ ਤੇ ਅਧਿਕਾਰਤ ਨਹੀਂ ਹਨ। ਹਾਲਾਂਕਿ ਇਹ ਮਾਮਲੇ ਅਜੇ ਵੀ ਸਿਵਲ ਅਦਾਲਤਾਂ ਦੇ ਅੰਤਮ ਫੈਸਲੇ ਦੇ ਅਧੀਨ ਰਹਿਣਗੇ। ਪੰਜੀਕਰਨ ਅਫਸਰ ਨੂੰ ਖੁਦ ਨੂੰ ਸੰਤੁਸ਼ਟ ਕਰੇਗਾ ਕਿ ਵਿਕਰੀ ਜਾਂ ਹੋਰ ਸੂਰਤ ਵਿੱਚ ਗਵਾਹੀ ਦਾ ਇੱਕ ਟੁਕੜਾ
ਰਜਿਸਟਰਡ ਕੀਤੇ ਜਾਣ ਵਾਲੇ ਦਸਤਾਵੇਜ਼ ਨਾਲ ਜੋੜਿਆ ਗਿਆ ਹੈ ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਤਬਦੀਲ ਕਰਤਾ ਕੋਲ ਪ੍ਰਸ਼ਨ ਵਿਚਲੀ ਜਾਇਦਾਦ ਦਾ ਸਿਰਲੇਖ ਹੈ। ਮੋٹے ਤੌਰ ਤੇ ਪੰਜਾਬ ਰਜਿਸਟ੍ਰੇਸ਼ਨ ਮੈਨੂਅਲ ਦੇ ਪੈਰਾ 135 ਦਾ ਟਾਈਟਲ ਪੰਜੀਕਰਨ ਅਫਸਰ ਜਾਣੀ ਕਿ ਰਜਿਸਟਰਾਰ ਸਬ ਰਜਿਸਟਰਾਰ ਦਾ ਦਸਤਾਵੇਜ਼ੀ ਵੈਧਤਾ ਨਾਲ ਕੋਈ ਸੰਬੰਧ ਨਹੀਂ ਹੀ ਪੜ੍ਹ ਲਿਆ ਜਾਵੇ ਤਾਂ ਵੀ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਰਜਿਸਟਰਾਰ ਸਬ ਰਜਿਸਟਰਾਰ ਦਾ ਰਜਿਸਟਰੀ ਲਈ ਪੇਸ਼ ਹੋਏ ਦਸਤਾਵੇਜ਼ ਦੀ ਵੈਧਤਾ ਨੂੰ ਜਾਂਚਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਉਪਰੋਕਤ ਪੈਰੇ ਵਿੱਚ ਵੀ ਜਾਇਦਾਦ ਦੀ ਮਾਲਕੀ ਜਾਂਚਣ ਸੰਬੰਧੀ ਫਾਈਨਲ ਅਧਿਕਾਰ ਸਿਵਲ ਅਦਾਲਤਾਂ ਨੂੰ ਹੀ ਦਿੱਤਾ ਗਿਆ ਹੈ। ਇਸ ਪੈਰੇ ਵਿੱਚ ਸਿਰਫ ਰਜਿਸਟਰਾਰ ਦੀ ਖੁਦ ਦੀ ਤਸੱਲੀ ਲਈ ਸੰਬੰਧਿਤ ਜਾਇਦਾਦ ਦੇ ਹੱਕ ਰੱਖਣ ਵਾਲੇ ਵਿਅਕਤੀ ਵੱਲੋਂ ਕੋਈ ਗਵਾਹੀ ਦਾ ਟੁਕੜਾ ਹੀ ਲਗਾਉਣ ਨੂੰ ਕਿਹਾ ਗਿਆ ਹੈ ਜੋ ਰਜਿਸਟਰਾਰ ਦੀ ਸੰਤੁਸ਼ਟੀ ਲਈ ਕਾਫੀ ਹੋਵੇ। ਪਰੰਤੂ ਕਿਹੜਾ ਰਜਿਸਟਰਾਰ ਕਿਹੋ ਜਿਹੀ ਗਵਾਹੀ ਦੇ ਟੁਕੜੇ ਨਾਲ ਸੰਤੁਸ਼ਟ ਹੋਵੇਗਾ ਇਸ ਸੰਬੰਧੀ ਕੋਈ ਹਵਾਲਾ ਨਹੀਂ ਦਿੱਤਾ ਗਿਆ ਹੈ, ਜਿਸ ਕਾਰਨ ਰਜਿਸਟਰਾਰਾਂ ਸਬ ਰਜਿਸਟਰਾਰ ਆਪਣੀਆਂ ਮਨਮਰਜ਼ੀਆਂ ਕਰਨ ਲਈ ਖੁੱਲ੍ਹੇ ਛੱਡ ਦਿੱਤੇ ਗਏ ਹਨ। ਉਂਝ ਤਾਂ ਕਾਨੂੰਨੀ ਤੌਰ ਤੇ ਰਜਿਸਟ੍ਰੇਸ਼ਨ ਮੈਨੂਅਲ ਰਜਿਸਟ੍ਰੇਸ਼ਨ ਐਕਟ ਤੇ ਭਾਰੂ ਨਹੀਂ ਹੋ ਸਕਦਾ ਅਤੇ ਰਜਿਸਟ੍ਰੇਸ਼ਨ ਐਕਟ ਦੇ ਪਾਬੰਦਾਂ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ, ਪਰੰਤੂ ਫਿਰ ਵੀ ਕਿਸੇ ਲਾਲ ਲਕੀਰ ਦੀ ਜਾਇਦਾਦ ਜਿਸ ਦੀ ਕੋਈ ਪੁਰਾਣੀ ਰਜਿਸਟਰੀ ਨਹੀਂ ਹੈ ਦੀ ਖਰੀਦੋ ਫਰੋਖਤ ਸੰਬੰਧੀ ਦਸਤਾਵੇਜ਼ ਦੀ ਰਜਿਸਟਰੀ ਲਈ ਮੈਂ ਕੁਝ ਨੁਕਤੇ ਦੱਸ ਸਕਦਾ ਹਾਂ ਕਿ ਜਿਨ੍ਹਾਂ ਨਾਲ ਕਿਸੇ ਰਜਿਸਟਰਾਰ ਸਬ ਰਜਿਸਟਰਾਰ ਦੀ ਤਸੱਲੀ ਕਰਵਾਈ ਜਾ ਸਕਦੀ ਹੈ। ਜਾਇਦਾਦ ਵਿੱਚ ਲੰਬੇ ਅਰਸੇ ਤੋਂ ਚੱਲ ਰਹੇ ਬਿਜਲੀ ਕਨੈਕਸ਼ਨ ਦਾ ਬਿੱਲ, ਵਾਟਰ ਸਪਲਾਈ ਦਾ ਬਿੱਲ ਆਦਿ। ਜਾਇਦਾਦ ਦਾ ਮੌਕੇ ਦਾ ਨਕਸ਼ਾ ਜਿਸ ਵਿੱਚ ਉਸ ਦੀ ਮਿਣਤੀ ਅਤੇ ਸਾਰੀਆਂ ਹੱਦਾਂ ਅਤੇ ਲੋਕੇਸ਼ਨ ਦਰਸਾਈ ਗਈ ਹੋਵੇ। ਜਾਇਦਾਦ ਪਰ ਮੌਕੇ ਦੇ ਕਬਜ਼ੇ ਸੰਬੰਧੀ ਉਸ ਏਰੀਏ ਦੇ ਕੁਝ ਮੋਹਤਬਰ ਵਿਅਕਤੀਆਂ ਜਿਵੇਂ ਕਿ ਐਮਸੀ, ਨੰਬਰਦਾਰ, ਸਰਪੰਚ ਆਦਿ ਦੀ ਤਸਦੀਕ। ਸ਼ਹਿਰੀ ਜਾਇਦਾਦ ਵਿੱਚ ਮਿਊਨਿਸਪਲ ਕੌਂਸਲ ਜਾਂ ਕਾਰਪੋਰੇਸ਼ਨ ਵੱਲੋਂ ਜਾਰੀ ਕੀਤੇ TS1 ਜਾਂ ਪ੍ਰਾਪਰਟੀ ਟੈਕਸ ਅਸੈਸਮੈਂਟ ਰਜਿਸਟਰ ਦੀ ਕਾਪੀ। ਸੰਬੰਧਿਤ ਜਾਇਦਾਦ ਦੇ ਦਸਤਾਵੇਜ਼ ਦੀ ਰਜਿਸਟ੍ਰੇਸ਼ਨ ਸੰਬੰਧੀ ਕਿਸੇ ਝਗੜੇ ਨੂੰ ਜਾਂਚਣ ਲਈ ਰਜਿਸਟਰਾਰ ਅਫਸਰ ਵੱਲੋਂ ਘੱਟੋ-ਘੱਟ 15 ਦਿਨਾਂ ਦੀ ਇਸ਼ਤਿਹਾਰਬੰਦੀ ਵੀ ਕਰਵਾਈ ਜਾ ਸਕਦੀ ਹੈ। ਸੋ ਦੋਸਤੋ, ਜੇਕਰ ਕੋਈ ਰਜਿਸਟਰਾਰ ਸਬ ਰਜਿਸਟਰਾਰ ਤੁਹਾਡੀ ਲਾਲ ਲਕੀਰ ਦੀ ਜਾਇਦਾਦ ਜੋ ਤੁਸੀਂ ਵੇਚਣੀ ਜਾਂ ਖਰੀਦਣੀ ਚਾਹੁੰਦੇ ਹੋ ਦੀ ਰਜਿਸਟਰੀ ਤਸਦੀਕ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਤੁਸੀਂ ਸਿਵਲ ਅਦਾਲਤਾਂ ਦਾ ਦਰਵਾਜ਼ਾ ਖੜਕਾ ਸਕਦੇ ਹੋ ਅਤੇ ਸਿਵਲ ਅਦਾਲਤ ਲਾਜ਼ਮੀ ਤੌਰ ਤੇ ਉਸ ਰਜਿਸਟਰਾਰ ਸਬ ਰਜਿਸਟਰਾਰ ਨੂੰ ਤੁਹਾਡੀ ਰਜਿਸਟਰੀ ਤਸਦੀਕ ਕਰਨ ਲਈ ਹੁਕਮ ਜਾਰੀ ਕਰੇਗੀ। ਪੂਰੀ ਉਮੀਦ ਹੈ ਕਿ ਤੁਸੀਂ ਇਸ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ। ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਜਾਣਕਾਰੀ ਵਧੀਆ ਲੱਗੇ ਤਾਂ ਸਾਡੇ ਚੈਨਲ ਨੌਲੇਜ ਸਰਵਿਸਿਜ਼ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਅਤੇ ਨਾਲ ਹੀ ਨੀਚੇ ਦਿੱਤੇ ਬੈਲ ਆਈਕਨ ਨੂੰ ਕਲਿੱਕ ਕਰੋ ਤਾਂ ਕਿ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਮਿਲਦੀਆਂ ਰਹਿਣ। ਧੰਨਵਾਦ ਦੋਸਤੋ, ਤੁਹਾਡਾ ਆਪਣਾ ਐਡਵੋਕੇਟ ਕੀਰਤ ਸਿੰਘ।